जो हमरी विद होती मेरे सतगुरा। सा विद तुम हर जानो आपे, हम रुलते फिरते कोई बात ना पूछता। गुर सतगुर संग कीरे हम थापे, धन धन गुरु नानक जन केरा। जित मिले चूके सब सोग संतापे, सन्मान योग गुरु जी की साजी हुई गुरु प्यारी साध संगत जी, सिमर फतेह प्रवान करनी जी। वाहिगुरु जी का खालसा, वाहिगुरु जी की फतेह। सतगुरु महाराज ने कृपा कीती है जी, साडे ते तरस करके सानू अपने सोहने चरणां दे विच सजन दा एक कीमती समा मालक ने बख्शिया है। अज दा जो पावन हुक्मनामा साहिब है, ये राग तलंग दे विच साहिब श्री गुरु अर्जन देव जी महाराज उन्हां दी रसना तो गायन किया है, जो कि 723 अंग तो आरंभ हो के 724 अंग ते संपूर्ण हुंदा है। इस शब्द दे अंदर गुरु अर्जन देव जी महाराज ने दस्या है। आप जी फरमाउंदे ने तलंग घर दूजा महला पंजवा। राग तलंग है, दूजे घर विच गाउण लई कह रहे ने। सुर ते ताल नूं मिला के इस शब्द नूं गुरु अर्जन देव जी कि परमात्मा तो बिना दूजा होर कोई नहीं, जो ये सारी खेड नूं खिडा रहा है। परमात्मा तो बिना, रब तो बिना, तुद बिन दूजा नाही कोई। रब तो बिना दूजा कोई होर है ही नहीं, वो एक ही है जो सारी सृष्टि दा करता धरता ते मालका। तू करतार करहे सो होए, तेरा जोर। सारियां चीज़ां विच ओदा ही जोर काम करदा। तेरी मन टेक, मन भी जिहड़ा है उहनूं ओदी ही टेक आ, ओदा ही आसरा, ओदा ही सहारा है। सदा सदा जप नानक एक। इस करके ही ओदा नाम वाहिगुरु दा जपना बनदा। ओदे तो बिना दूजा कोई नहीं है। सारियां चीज़ां दा करतार वो करता पुरख खुद है। सारियां चीज़ां पिछे जिन्ना भी जोर चलदा ओदा ही चल रहा है। राजस्थान दे इलाके दे वल
ਜਾਂ ਹੋਰ ਕਈ ਇਲਾਕੇ ਨੇ, ਉੱਥੇ ਕਠਪੁਤਲੀਆਂ ਦੇ ਗੁਰੂ ਗਰੀਬ ਨਵਾਜ ਜੀ ਕਹਿੰਦੇ ਨਾਚ ਦਿਖਾਏ ਜਾਂਦੇ ਆ। ਕੱਪੜੇ ਦੀਆਂ ਕਠਪੁਤਲੀਆਂ ਜਾਂ ਹੋਰ ਖਿਡੌਣੇ ਤਿਆਰ ਕਰਕੇ ਮੇਲਿਆਂ ਵਿੱਚ ਉਹਨਾਂ ਦਾ ਤਮਾਸ਼ਾ ਵੇਖਣ ਲਈ ਲੋਕ ਆਉਂਦੇ ਨੇ। ਖਿਡਾਉਣ ਵਾਲੇ ਪਰਦੇ ਪਿੱਛੇ ਲੁਕ ਕੇ ਉਹਨਾਂ ਨੂੰ ਖਿਡਾਉਂਦੇ ਨੇ। ਬੱਚੇ ਉਹਨਾਂ ਨੂੰ ਦੇਖ ਕੇ ਤਾੜੀਆਂ ਮਾਰਦੇ ਆ, ਖੁਸ਼ ਹੁੰਦੇ ਆ, ਲੋਕ ਵੀ ਇਹਦਾ ਆਨੰਦ ਲੈਂਦੇ ਨੇ। ਪਰ ਅਸਲ ਦੇ ਵਿੱਚ ਕਾਠ ਕੀ ਪੁਤਰੀ ਕਹਾਂ ਕਰੇ ਬਪਰੀ, ਖਿਲਾਵਨ ਹਾਰੋ ਜਾਣੇ। ਪਰ ਉਹ ਕਠਪੁਤਲੀਆਂ ਆਪ ਨਹੀਂ ਨੱਚਦੀਆਂ, ਜਿੱਦਾਂ ਉਹਨਾਂ ਨੂੰ ਨਚਾਉਣ ਵਾਲਾ ਕੋਈ ਹੈ। ਦੁਨੀਆ ਦੇ ਲੋਕ ਜਿਹੜੇ ਨੇ ਮਾਇਆ ਦੇ ਵਾਜੇ ਨੇ, ਮਾਇਆ ਦੇ ਵਜਾਏ ਹੋਏ ਵੱਜਦੇ ਨੇ। ਇਹ ਖੁਦ ਨਹੀਂ ਵੱਜ ਰਹੇ, ਇਹਨਾਂ ਨੂੰ ਪਰਮਾਤਮਾ ਦੀ ਜਿਹੜੀ ਬਣਾਈ ਹੋਈ ਮਾਇਆ ਹੈ ਉਹ ਵਜਾ ਰਹੀ ਆ। ਨਾਨਕ ਵੱਜਦਾ ਜੰਤ ਵਜਾਇਆ। ਜਿਸ ਤਰ੍ਹਾਂ ਉਹ ਕਠਪੁਤਲੀਆਂ ਮੇਲੇ ਦੇ ਵਿੱਚ ਬੱਚਿਆਂ ਦਾ ਮਨੋਰੰਜਨ ਕਰਦੀਆਂ ਨੇ, ਬੱਚਿਆਂ ਨੂੰ ਲੱਗਦਾ ਕਿ ਉਹ ਖੁਦ ਇਹ ਸਭ ਕੁਝ ਕਰ ਰਹੀਆਂ, ਪਰ ਪਰਦੇ ਪਿੱਛੇ ਲੁਕੇ ਹੋਏ ਜਿਹੜੇ ਵਿਅਕਤੀ ਨੇ, ਉਹਨਾਂ ਨੂੰ ਚਲਾਉਣ ਵਾਲੇ ਹੁੰਦੇ ਨੇ, ਉਹ ਨਜ਼ਰ ਨਹੀਂ ਆਉਂਦੇ। ਇੱਦਾਂ ਹੀ ਬਿਲਕੁਲ ਇਨਸਾਨ ਜਿਹੜਾ ਹੈ, ਉਹਨੂੰ ਹਰ ਚੀਜ਼ ਦੇ ਪਿੱਛੇ ਉਸ ਕਰਤੇ ਦੀ ਜਿਹੜੀ ਸ਼ਕਤੀ ਆ ਨਜ਼ਰ ਨਹੀਂ ਆਉਂਦੀ। ਜਿੱਦਾਂ ਉਹ ਬੱਚੇ ਨੇ, ਉਹਨਾਂ ਨੂੰ ਨਜ਼ਰ ਨਹੀਂ ਆਉਂਦੇ। ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਇਸ ਕਰਕੇ ਸਦਾ ਹੀ ਉਸ ਵਾਹਿਗੁਰੂ ਦਾ ਨਾਮ ਜਪਣਾ ਚਾਹੀਦਾ, ਜਿਹੜਾ ਸਾਰੀ ਸ੍ਰਿਸ਼ਟੀ ਨੂੰ ਚਲਾ ਰਿਹਾ। ਗੁਰੂ ਨਾਨਕ ਸਾਹਿਬ ਜੀ ਦੀ ਜਪਜੀ ਸਾਹਿਬ ਦੀ ਬਾਣੀ ਅਗੰਮੀ ਰਸ ਵਾਲੀ, ਜਿਹੜੀ ਕਿ ਗੁੱਝੇ ਭੇਤਾਂ ਨੂੰ ਖੋਲ੍ਹਦੀ ਆ। ਉਹਦੇ ਵਿੱਚ ਆਪ ਜੀ ਦਾ ਬਚਨ ਹੈ, ਆਖਣ ਜੋਰ ਚੁੱਪੈ ਨਹਿ ਜੋਰ, ਜੋਰ ਨ ਮੰਗਣ ਦੇਨ ਨ ਜੋਰ, ਜੋਰ ਨ ਰਾਜ ਮਾਲ ਮਨ ਸੋਰ, ਜੋਰ ਨ ਸੁਰਤੀ ਗਿਆਨ ਵਿਚਾਰ, ਜੋਰ ਨ ਜੁਗਤੀ ਛੁੱਟੈ ਸੰਸਾਰ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਬੋਲਣ ਵਿੱਚ ਕਿਸੇ ਦਾ ਜ਼ੋਰ ਨਹੀਂ ਹੈਗਾ, ਚੁੱਪ ਰਹਿਣ ਦੇ ਵਿੱਚ ਕਿਸੇ ਦਾ ਜ਼ੋਰ ਨਹੀਂ ਹੈਗਾ, ਵੰਡਣ ਵਿੱਚ ਕਿਸੇ ਦਾ ਜ਼ੋਰ ਨਹੀਂ ਹੈਗਾ, ਮੰਗਣ ਵਿੱਚ ਵੀ ਕਿਸੇ ਦਾ ਜ਼ੋਰ ਨਹੀਂ ਹੈਗਾ। ਜੋਰ ਨਾ ਜੀਵਨ ਮਰਨ ਨੇ ਜੋਰ, ਜਨਮ ਲੈਣ ਵਿੱਚ ਵੀ ਕਿਸੇ ਦਾ ਇਸ ਧਰਤੀ ਤੇ ਆਉਣ 'ਚ ਵੀ ਜ਼ੋਰ ਨਹੀਂ ਹੈਗਾ। ਮਰਨਾ ਵੀ ਇਨਸਾਨ ਦੇ ਹੱਥ ਨਹੀਂ ਹੈਗਾ, ਉਹਦੇ ਵਿੱਚ ਵੀ ਕੋਈ ਜ਼ੋਰ ਨਹੀਂ ਹੈਗਾ। ਆਤਮ ਹੱਤਿਆ ਕੋਈ ਕਰਦਾ, ਉਹਦਾ ਖਿਆਲ ਵੀ ਉਹ ਜਿਹੜੀ ਪਰਮਾਤਮਾ ਦੀ ਮਾਇਆ ਹੈ ਉਹਨੇ ਹੀ ਉਹਦੇ ਅੰਦਰ ਲੈ ਕੇ ਆਂਦਾ, ਤੇ ਜਿਹਦੇ ਕਰਕੇ ਆਪਣਾ ਆਪ ਉਹਨੇ ਖਤਮ ਕੀਤਾ, ਇਹਦੇ ਪਿੱਛੇ ਵੀ ਉਹ ਮਾਇਆ ਜਿਹੜੀ ਆ ਕੰਮ ਕਰਦੀ ਆ। ਤੁਧ ਬਿਨ ਦੂਜਾ ਨਾਹੀਂ ਕੋਏ, ਬਸ ਉਹਦੇ ਤੋਂ ਬਿਨਾ ਇਹ ਖੇਡ ਜਿਹੜੀ ਆ ਖਿਡਾਉਣ ਵਾਲਾ ਦੂਜਾ ਕੋਈ ਹੈ ਹੀ ਨਹੀਂ ਹੈ। ਤੂੰ ਕਰਤਾਰ ਕਰੇ ਸੋ ਹੋਏ। ਕਈ ਵਾਰ ਘਰ ਵਿੱਚ ਕੋਈ ਮੰਗਤੇ ਆ ਜਾਂਦੇ ਨੇ, ਕਈ ਮੰਗਤਿਆਂ ਨੂੰ ਇਨਸਾਨ ਵੈਸੇ ਖਾਲੀ ਮੋੜ ਦਿੰਦਾ, ਉਹਨਾਂ ਨੂੰ ਕੁਝ ਵੀ ਨਹੀਂ ਪਾਉਂਦਾ। ਇਨਸਾਨ ਉਹਨਾਂ ਨੂੰ ਕਹਿੰਦਾ ਵੀ ਤੂੰ ਖੁਦ ਕਮਾ ਤੇ ਖੁਦ ਖਾ। ਕਈ ਵਾਰੀ ਮਨ ਇੰਨਾ ਦਿਆਲੂ ਹੋ ਜਾਂਦਾ, ਉਹਨੂੰ ਕੁਝ ਨਾ ਕੁਝ ਆਪਾਂ ਦੇ ਦਿੰਦੇ ਹਾਂ ਜਾਂ ਪ੍ਰਸ਼ਾਦਾ ਛਕਾ ਦਿੰਦੇ ਹਾਂ। ਹੁਣ ਉਹਦੇ ਵਿੱਚ ਜਿਹੜਾ ਜ਼ੋਰ ਹੈ, ਇੱਕ ਮੰਗਤੇ ਨੂੰ ਖਾਲੀ ਮੋੜਨਾ, ਇੱਕ ਮੰਗਤੇ ਨੂੰ ਕੁਝ ਦੇ ਦੇਣਾ, ਇਹ ਸਾਰੀਆਂ ਚੀਜ਼ਾਂ ਪਿੱਛੇ ਜਿਹੜੀ ਉਹ ਸ਼ਕਤੀ ਆ ਮਾਲਕ ਦੀ ਕੰਮ ਕਰਦੀ ਆ। ਉਹ ਜਿਹੜੀ ਵਿਧੀ ਬਣਾਉਂਦਾ ਉਹ ਵਾਹਿਗੁਰੂ ਬਣਾਉਂਦਾ ਹੈ। ਸਦਾ ਸਦਾ ਜਪ ਨਾਨਕ ਏਕ, ਸਭ ਉਪਰ ਪਾਰ ਬ੍ਰਹਮ ਦਾ ਤਾਰ। ਸਭ ਉਪਰ ਪਾਰ ਬ੍ਰਹਮ ਦਾ ਤਾਰ,
ਸਾਰਿਆਂ ਦੇ ਉੱਪਰ ਪਾਰ ਬ੍ਰਹਮ ਦਾਤਾਰ, ਦਾਤਾਂ ਦੇਣ ਵਾਲਾ ਵਾਹਿਗੁਰੂ ਉਹ ਸਭ ਤੋਂ ਉੱਪਰ ਆ। ਮਤਲਬ ਸਭ ਨੂੰ ਖਿਡਾ ਰਿਹਾ, ਖਿਡਾ ਕੇ ਸਭ ਨੂੰ ਦੇਖ ਰਿਹਾ। ਤੇਰੀ ਟੇਕ ਤੇਰਾ ਆਧਾਰ। ਹੇ ਅਕਾਲ ਪੁਰਖ ਵਾਹਿਗੁਰੂ, ਤੇਰੀ ਹੀ ਸਾਨੂੰ ਟੇਕ ਆ, ਸਹਾਰਾ ਆਸਰਾ ਹੈ, ਤੇਰਾ ਹੀ ਆਧਾਰ ਹੈ, ਤੇਰਾ ਹੀ ਸਹਾਰਾ ਹੈ, ਤੇਰੀ ਹੀ ਓਟ ਆ, ਤੇਰਾ ਹੀ ਸਹਾਰਾ ਹੈ। ਕਿਉਂ? ਕਿਉਂਕਿ ਹੈ ਤੂੰ ਹੋਵਨਹਾਰ। ਤੂੰ ਅੱਜ ਵੀ ਹੈ, ਤੂੰ ਕੱਲ ਵੀ ਸੀ, ਤੂੰ ਆਉਣ ਵਾਲੇ ਸਮੇਂ ਵਿੱਚ ਵੀ ਹੋਵੇਂਗਾ। ਤੂੰ ਸਦਾ ਹੀ ਹੈ, ਤੂੰ ਆਦਿ ਸੱਚ, ਤੂੰ ਜੁਗਾਦ ਸੱਚ, ਤੂੰ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਜੁਗਾਂ ਜੁਗਾਂ ਤੱਕ ਤੂੰ ਸੱਚ ਸੀ, ਜੁਗਾਂ ਜੁਗਾਂ ਤੱਕ ਤੂੰ ਸੱਚ ਹੈ, ਜੁਗਾਂ ਜੁਗਾਂ ਤੱਕ ਤੂੰ ਸੱਚ ਰਹੇਗਾ। ਹੈ, ਤੂੰ ਹੁਣ ਵੀ ਹੈ, ਤੂੰ ਹੋਵਨਹਾਰ। ਤੂੰ ਉਦੋਂ ਵੀ ਹੋਵੇਂਗਾ ਜਦੋਂ ਮੈਂ ਨਹੀਂ ਹੋਵਾਂਗਾ, ਤੂੰ ਉਦੋਂ ਵੀ ਸੀ ਜਦੋਂ ਮੈਂ ਨਹੀਂ ਸੀ, ਤੂੰ ਉਦੋਂ ਵੀ ਹਾਂ ਜਦੋਂ ਮੈਂ ਹਾਂ। ਅਗਮ ਅਗਾਧ ਊਚ ਆਪਾਰ, ਤੂੰ ਗਮਾਂ ਤੋਂ ਪਰੇ ਆ, ਤੂੰ ਪਹੁੰਚ ਤੋਂ ਪਰੇ ਆ, ਤੂੰ ਬੇਅੰਤ ਹੈ, ਤੂੰ ਬਹੁਤ ਉੱਚਾ ਹੈ। ਜੋ ਤੁਧ ਸੇਵੈ ਤਿਨ ਪਉ ਦੁਖ ਨਾਹੀਂ। ਜਿਹੜੇ ਤੈਨੂੰ ਯਾਦ ਕਰਦੇ ਨੇ ਉਹਨਾਂ ਨੂੰ ਦੁੱਖ ਨਹੀਂ ਲੱਗਦਾ। ਜਿਹੜੇ ਤੈਨੂੰ ਯਾਦ ਕਰਦੇ ਨੇ, ਜੋ ਤੁਧ ਸੇਵੇ, ਸੇਵੇ ਦਾ ਅਰਥ ਆ ਯਾਦ ਕਰਨਾ। ਜਿਹੜੇ ਤੈਨੂੰ ਯਾਦ ਕਰਦੇ ਨੇ ਤਿਨ ਭਉ ਦੁੱਖ ਨਾਹੀਂ, ਉਹਨਾਂ ਨੂੰ ਕੋਈ ਡਰ ਨਹੀਂ ਹੁੰਦਾ ਮੌਤ ਦਾ, ਉਹਨਾਂ ਨੂੰ ਕੋਈ ਦੁੱਖ ਵੀ ਨਹੀਂ ਲੱਗਦਾ। ਇਹ ਨਹੀਂ ਕਿ ਉਹਨਾਂ ਨੂੰ ਦੁੱਖ ਨਹੀਂ ਆਉਂਦੇ, ਇਹ ਕਿਹਾ ਵੀ ਉਹਨਾਂ ਨੂੰ ਦੁੱਖ ਨਹੀਂ ਲੱਗਦਾ। ਦੁੱਖ ਲੱਗਦਾ ਹੀ ਨਹੀਂ। ਇਹ ਨਹੀਂ ਕਿ ਉਹਨਾਂ ਦੀ ਜ਼ਿੰਦਗੀ ਵਿੱਚ ਕੋਈ ਡਰ ਨਹੀਂ ਹੁੰਦਾ, ਮੌਤ ਸਭ ਦੇ ਸਿਰ ਤੇ ਖੜੀ ਆ, ਪਰ ਉਹਨਾਂ ਨੂੰ ਉਹ ਡਰ ਲੱਗਦਾ ਹੀ ਨਹੀਂ। ਗੁਰ ਪ੍ਰਸਾਦ ਨਾਨਕ ਗੁਣ ਗਾਹੇ। ਗੁਰੂ ਦੀ ਕਿਰਪਾ ਦੇ ਦੁਆਰਾ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਫਿਰ ਉਹ ਪਰਮਾਤਮਾ ਦੇ ਗੁਣ ਗਾਉਂਦਾ ਗਾਉਂਦਾ ਇਸ ਦੁਨੀਆ ਤੋਂ ਜਾਂਦਾ ਹੈ। ਜੋ ਦਿਸੈ ਸੋ ਤੇਰਾ ਰੂਪ, ਜੋ ਵੀ ਦਿਸ ਰਿਹਾ ਸਭ ਤੇਰਾ ਹੀ ਰੂਪ ਆ। ਗੁਣ ਨਿਧਾਨ ਗੋਬਿੰਦ ਅਨੂਪ, ਗੁਣਾਂ ਦੇ ਖਜ਼ਾਨੇ ਹੇ ਗੋਬਿੰਦ, ਸੋਹਣੇ ਸਰੂਪ ਵਾਲੇ ਵਾਹਿਗੁਰੂ। ਸਿਮਰ 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 ਜਨ ਸੋਏ, ਤੈਨੂੰ ਸਿਮਰ ਕੇ ਯਾਦ ਕਰਕੇ ਤੇਰੇ ਜਨ ਜਿਹੜੇ ਨੇ ਤੈਨੂੰ ਮੁੜ ਮੁੜ ਚੇਤੇ ਕਰਦੇ ਨੇ। ਪਰ ਨਾਨਕ ਕਰਮ ਪ੍ਰਾਪਤ ਹੋਏ। ਪਰ ਇਹ ਦਾਤ ਕਰਮਾਂ ਨਾਲ ਮਿਲਦੀ ਆ, ਵੱਡੇ ਭਾਗਾਂ ਨਾਲ ਮਿਲਦੀ ਆ, ਗੁਰੂ ਦੀ ਬਖਸ਼ਿਸ਼ ਨਾਲ ਮਿਲਦੀ ਆ, ਗੁਰੂ ਦੀ ਅਸੀਸ ਨਾਲ ਮਿਲਦੀ ਆ। ਇਹ ਜਿਹੜੀ ਸਿਮਰਨ ਆ, ਸਿਮਰਨ ਦਇਆ ਤੋਂ ਪੈਦਾ ਹੁੰਦਾ। ਦਇਆ ਜਿਹੜੀ ਆ ਉਹ ਸੰਗਤ ਤੋਂ ਮਿਲਦੀ ਆ। ਸੰਗਤ ਵਿੱਚੋਂ ਦਇਆ ਤੋਂ ਸਿਮਰਨ ਤੋਂ ਸੰਤੋਖ ਮਿਲਦਾ, ਤੇ ਸੰਤੋਖ ਨਾਲ ਬੰਦੇ ਨੂੰ ਰੱਜ ਆਉਂਦਾ, ਰੱਜ ਨਾਲ ਬੰਦਾ ਰਾਜਾ ਬਣਦਾ। ਇਸ ਕਰਕੇ ਨਾਨਕ ਕਰਮ ਪ੍ਰਾਪਤ ਹੋਏ। ਗੁਰੂ ਤੇਗ ਬਹਾਦਰ ਜੀ ਦੁਨੀਆ ਨੂੰ ਤਾਰਦੇ ਹੋਏ ਮਾਲਵੇ ਦੇ ਇਲਾਕੇ ਵਿੱਚ ਆਉਂਦੇ ਨੇ। ਨਾਲ ਗੁਰੂ ਮਹਾਰਾਜ ਦੇ ਉਸ ਵਕਤ ਗੁਰੂ ਕੇ ਸਿੱਖ ਜਿਹੜੇ ਨੇ ਉਹਨਾਂ ਦੇ ਪਾਸ ਕੁਝ ਮੱਝਾਂ ਨੇ। ਕਈ ਦਿਨਾਂ ਤੋਂ ਠੀਕ ਤਰੀਕੇ ਨਾਲ ਉਹਨਾਂ ਨੂੰ ਭੋਜਨ ਨਹੀਂ ਮਿਲਿਆ। ਗੁਰੂ ਕੇ ਸੇਵਕ ਉਸ ਪਿੰਡ ਦੇ ਵਿੱਚ ਜਾਂਦੇ ਨੇ। ਉਸ ਵੱਟਾਂ ਤੋਂ ਜਿਹੜੀਆਂ ਕਿਸਾਨ ਦੀਆਂ ਵੱਟਾਂ ਨੇ ਘਾਹ ਖੋਤਣਾ ਸ਼ੁਰੂ ਕਰ ਦਿੰਦੇ ਆ। ਉੱਥੋਂ ਦੇ ਜਿਹੜੇ ਕਿਸਾਨ ਨੇ, ਜ਼ਿਮੀਂਦਾਰ ਨੇ, ਉਹ ਗੁੱਸੇ ਵਿੱਚ ਆ ਕੇ ਕਹਿੰਦੇ ਨੇ ਵੀ ਤੁਸੀਂ ਕੌਣ ਹੁੰਦੇ ਹੋ ਇੱਥੋਂ ਘਾਹ ਖੋਤਣ ਵਾਲੇ? ਵੱਟਾਂ ਤੋਂ ਥੋੜ੍ਹਾ ਜਿਹਾ ਜਿਹੜਾ ਘਾਹ ਉਹਨਾਂ ਨੇ ਖੋਤਿਆ ਸੀ ਤੇ ਉਹ ਹੱਥੋਂ ਉਹਨਾਂ ਨੇ ਖੋਹ ਲਿਆ, ਉਹ ਵੀ ਦਿੱਤਾ ਨਹੀਂ ਉਹਨਾਂ ਨੂੰ। ਖਾਲੀ ਹੱਥ ਸੇਵਕ ਗੁਰੂ ਤੇਗ ਬਹਾਦਰ ਜੀ ਕੋਲ ਆਉਂਦੇ ਨੇ। ਕਹਿੰਦੇ ਮਹਾਰਾਜ
ਇਸ ਪਿੰਡ ਦੇ ਜਿਹੜੇ ਲੋਕ ਨੇ, ਉਹ ਜਿਹੜੇ ਜ਼ਿਮੀਂਦਾਰ ਨੇ, ਉਹਨਾਂ ਅੰਦਰ ਦਇਆ ਨਹੀਂ ਹੈਗੀ, ਉਹਨਾਂ ਅੰਦਰ ਤਰਸ ਨਹੀਂ ਹੈਗਾ। ਮਹਾਰਾਜ ਜੀ ਉਹ ਜਿਹੜੀ ਸਾਹਮਣੇ ਬੰਨੀ ਹੋਈ ਮੱਝ ਆ ਉਹਦੇ ਵੱਲ ਤੱਕਦੇ ਨੇ, ਉਹਦੀਆਂ ਅੱਖਾਂ ਵਿੱਚ ਦੇਖਦੇ ਨੇ ਵੀ ਇਹ ਕੱਲ੍ਹ ਤੋਂ ਲੈ ਕੇ ਹੁਣ ਤੱਕ ਭੁੱਖੀ ਆ। ਪਰ ਉਹਨਾਂ ਨੇ ਆਪਣੇ ਜਿਹੜੇ ਖੇਤ ਨੇ ਉਹਨਾਂ ਦਾ ਤੁਸੀਂ ਭਾਵੇਂ ਨੁਕਸਾਨ ਨਹੀਂ ਕੀਤਾ ਹੈਗਾ ਕੋਈ ਫਸਲ ਦਾ, ਸਿਰਫ ਜਿਹੜਾ ਵੱਟਾਂ ਤੇ ਘਾਹ ਸੀ ਉਹੀ ਪਾਉਣਾ ਚਾਹਿਆ ਨਾ ਇਹਨਾਂ ਡੰਗਰਾਂ ਨੂੰ, ਪਸ਼ੂਆਂ ਨੂੰ, ਪਰ ਉਹ ਵੀ ਨਹੀਂ, ਉਹਨਾਂ ਦਾ ਦਿਲ ਹੀ ਨਹੀਂ ਹੈਗਾ, ਦਇਆ ਨਹੀਂ ਹੈਗੀ। ਤੇ ਮਹਾਰਾਜ ਨੇ ਕੁਝ ਨਹੀਂ ਆਖਿਆ। ਗੁਰੂ ਸਾਹਿਬ ਜੀ ਕਹਿੰਦੇ ਹੁਣ ਅਸੀਂ ਇਸ ਪਿੰਡ ਦੇ ਵਿੱਚ ਰਹਿ ਨਹੀਂ ਸਕਦੇ। ਸੇਵਕਾਂ ਨੇ ਵੀ ਕਿਹਾ ਮਹਾਰਾਜ ਬਿਲਕੁਲ ਠੀਕ ਆ, ਜੇ ਇੱਥੇ ਰਹੇ ਤਾਂ ਇਹ ਜਿਹੜੇ ਪਸ਼ੂ ਆ, ਡੰਗਰ ਨੇ, ਮੱਝਾਂ ਨੇ, ਇਹ ਮਰ ਜਾਣਗੀਆਂ, ਕਿਉਂਕਿ ਇਹ ਇਵੇਂ ਕਈ ਦਿਨ ਨਹੀਂ ਨਾ ਭੁੱਖੇ ਰਹਿ ਸਕਦੇ ਫਿਰ। ਤੇ ਫਿਰ ਇਹਨਾਂ ਨੂੰ ਮਹਾਰਾਜ ਇੱਥੋਂ ਹੋਰ ਜਗ੍ਹਾ ਲੈ ਕੇ ਚੱਲੀਏ, ਕਿਸੇ ਭਲਿਆਂ ਦੇ ਪਿੰਡ ਵਿੱਚ ਲੈ ਕੇ ਚੱਲੀਏ ਜੀ। ਇਹ ਦਇਆ ਦੀ ਗੱਲ ਆ। ਗੁਰੂ ਸਾਹਿਬ ਨੇ ਉਹ ਪਿੰਡ ਫਿਰ ਛੱਡਤਾ, ਉਹ ਪਿੰਡ ਤੋਂ ਅਗਲੇ ਪਿੰਡ ਜਾਂਦੇ ਨੇ ਮਹਾਰਾਜ, ਤੇ ਉੱਥੋਂ ਬਾਅਦ ਵਿੱਚ ਇਹਨਾਂ ਲੋਕਾਂ ਨੂੰ ਪਤਾ ਲੱਗਦਾ ਵੀ ਸਾਥੋਂ ਭੁੱਲ ਹੋਈ ਆ, ਕਿ ਅਸੀਂ ਹੰਕਾਰ ਦੇ ਵਿੱਚ ਆ ਕੇ ਜਿਹੜਾ ਘਾਹ ਗੁਰੂ ਕੇ ਸਿੱਖਾਂ ਨੇ ਉਹ ਮੱਝਾਂ ਵਾਸਤੇ ਖੋਦਿਆ ਸੀ, ਤੇ ਉਹ ਵੀ ਫਿਰ ਅਸੀਂ ਹੱਥੋਂ ਖੋਲਿਆ ਉਹਨਾਂ ਨੂੰ ਲਿਜਾਣ ਨਹੀਂ ਦਿੱਤਾ। ਤਾਂ ਫਿਰ ਇੱਕ ਭੂਰਾ ਲੈ ਕੇ ਇੱਕ ਬਰਤਨ ਦੇ ਵਿੱਚ ਸ਼ਹਿਦ ਪਾ ਕੇ ਮਹਾਰਾਜ ਕੋਲ ਲੈ ਕੇ ਜਾਂਦੇ ਆ ਤੇ ਮਾਫੀ ਮੰਗਦੇ ਆ, ਗੁਰੂ ਸਾਹਿਬ ਜੀ ਸਾਥੋਂ ਭੁੱਲ ਹੋ ਗਈ। ਕਿ ਵਰੇ ਪਿੰਡ ਵਿੱਚ ਤੁਸੀਂ ਗਏ, ਉੱਥੇ ਸੰਗਤਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੜਾ ਮਾਣ ਬਖਸ਼ਿਆ, ਸੰਗਤਾਂ ਨਾਲ ਬੜਾ ਪਿਆਰ ਬਣ ਗਿਆ, ਪਰ ਅਸੀਂ ਆਪ ਜੀ ਦੀ ਜਿਹੜੀ ਆ ਸੇਵਾ ਨਹੀਂ ਕੀਤੀ ਠੀਕ ਢੰਗ ਦੇ ਨਾਲ, ਤੇ ਗੁਰੂ ਮਹਾਰਾਜ ਸਾਨੂੰ ਮਾਫ ਕਰ ਦਿਓ। ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਇਹ ਜਿਹੜੀਆਂ ਮੱਝਾਂ ਨੇ, ਆਪਾਂ ਕਹਿੰਦੇ ਹਾਂ ਇਹ ਬੋਲਦੀਆਂ ਨਹੀਂ ਹੈਗੀਆਂ, ਭਾਵ ਕਿ ਆਪਾਂ ਕਹਿੰਦੇ ਹਾਂ ਕਿ ਇਹ ਬੇਜ਼ੁਬਾਨ ਆ। ਮਹਾਰਾਜ ਕਹਿੰਦੇ ਬੇਜ਼ੁਬਾਨ ਨਹੀਂ ਹੁੰਦੀਆਂ, ਇਹਨਾਂ ਦੀ ਭਾਸ਼ਾ ਕੁਝ ਹੋਰ ਹੁੰਦੀ ਆ। ਕੋਈ ਵੀ ਪੰਛੀ ਬੇਜ਼ੁਬਾਨ ਨਹੀਂ ਹੁੰਦਾ, ਉਹਨਾਂ ਦੀ ਭਾਸ਼ਾ ਨੂੰ ਸਮਝਣ ਦੀ ਲੋੜ ਹੁੰਦੀ ਆ। ਉਹ ਸਾਡੀ ਭਾਸ਼ਾ ਇੰਨੇ ਵਫਾਦਾਰ ਆ, ਸਮਝ ਲੈਂਦੇ ਆ, ਸਾਨੂੰ ਉਹਨਾਂ ਦੀ ਭਾਸ਼ਾ ਸਮਝਣੀ ਨਹੀਂ ਆਉਂਦੀ। ਇਹ ਕਈ ਦਿਨਾਂ ਦੀਆਂ ਭੁੱਖੀਆਂ ਸਨ, ਪਰ ਤੁਸੀਂ ਆਪਣੇ ਖੇਤਾਂ ਵਿੱਚੋਂ ਇਹਨਾਂ ਨੂੰ ਘਾਹ ਨਹੀਂ ਪਾਉਣ ਦਿੱਤਾ, ਜਦ ਕਿ ਤੁਹਾਡੀ ਫਸਲ ਦਾ ਕੋਈ ਨੁਕਸਾਨ ਨਹੀਂ ਕੀਤਾ ਸਿੱਖਾਂ ਨੇ। ਤੁਸੀਂ ਹੰਕਾਰ ਵਿੱਚ ਆ ਗਏ, ਦਇਆ ਨਹੀਂ ਸੀ ਤੁਹਾਡੇ ਪਾਸ, ਤਾਂ ਅਸੀਂ ਤੁਹਾਡਾ ਪਿੰਡ ਛੱਡਿਆ। ਫਿਰ ਉਹਨਾਂ ਨੇ ਮਾਫੀ ਮੰਗੀ, ਸਿੱਖਾਂ ਨੇ ਵੀ ਕਿਹਾ ਮਹਾਰਾਜ ਮਾਫ ਕਰ ਦਿਓ। ਫਿਰ ਗੁਰੂ ਸਾਹਿਬ ਨੇ ਉਹਨਾਂ ਦਾ ਭੂਰਾ ਲਿਆਂਦਾ ਹੋਇਆ ਤੇ ਉਹ ਜਿਹੜਾ ਕੰਬਲ ਸੀ ਭਾਵ ਤੇ ਉਹ ਬਰਤਨ ਸੀ ਜਿਹੜਾ, ਤੇ ਉਹ ਰੱਖਿਆ ਆਪਦੇ ਕੋਲੇ, ਫਿਰ ਉਹਨਾਂ ਨੂੰ ਮਾਫ ਕਰਤਾ। ਤਾਂ ਗੁਰੂ ਦਾ ਸੁਭਾਅ ਤਾਂ ਇੱਦਾਂ ਹੀ ਹੁੰਦਾ। ਇੱਥੇ ਜਿਹੜੀ ਗੁਰੂ ਅਰਜਨ ਦੇਵ ਜੀ ਗੱਲ ਕਹਿ ਰਹੇ ਆ ਉਹ ਇਹ ਹੈ ਕਿ ਨਾਨਕ ਕਰਮ ਪ੍ਰਾਪਤ ਹੋਏ। ਜਿਹੜੀ ਦਇਆ ਹੈ ਨਾ, ਦਇਆ, ਤਰਸ ਜਿਹਨੂੰ ਆਪਾਂ ਕਹਿੰਦੇ ਆ, ਵੀ ਉਹ ਬੰਦੇ ਅੰਦਰ ਤਰਸ ਹੈਗਾ ਵਾ, ਇਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਸੰਗਤ ਵਿੱਚੋਂ ਚੀਜ਼ਾਂ ਮਿਲਦੀਆਂ, ਸੰਗਤ ਵੱਡੇ ਭਾਗਾਂ ਨਾਲ ਮਿਲਦੀ ਆ। ਵੱਡ ਭਾਗੀ ਹਰ ਸੰਗਤ ਪਾਵੇ, ਇਹ ਵਾਰ-ਵਾਰ ਆਪਾਂ ਪੜ੍ਹਦੇ ਆ। ਜਿਨ ਜਪਿਆ ਤਿਸ ਕੋ ਬਲਹਾਰ, ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਜਪਿਆ ਉਹਨਾਂ ਤੋਂ ਸਦਕੇ ਜਾਈਏ, ਉਹਨਾਂ ਤੋਂ ਵਾਰੇ-ਵਾਰੇ ਜਾਈਏ, ਉਹਨਾਂ ਪੰਜਾਂ ਪਿਆਰਿਆਂ ਤੋਂ ਜਿਨ੍ਹਾਂ ਨੇ ਗੁਰੂ ਮਹਾਰਾਜ ਨੂੰ ਸੀਸ ਦਿੱਤਾ ਉਹਨਾਂ ਤੋਂ ਸਦਕੇ ਜਾਈਏ ਜੀ, ਉਹਨਾਂ ਤੋਂ ਟੋਟੇ ਹੋ ਕੇ ਕੁਰਬਾਨ ਜਾਈਏ ਜੀ। ਤਿਸ ਕੈ ਸੰਗ ਤਰੈ ਸੰਸਾਰ, ਜਿਨ੍ਹਾਂ ਦੇ ਸੰਗ ਹੋ ਕੇ ਪਹਿਲਾਂ ਪੰਜਾਂ ਨੇ, ਫਿਰ 50 ਨੇ, ਫਿਰ ਸੈਂਕੜਿਆਂ ਨੇ, ਫਿਰ ਹਜ਼ਾਰਾਂ ਨੇ, ਫਿਰ ਲੱਖਾਂ ਨੇ ਅੰਮ੍ਰਿਤ ਛਕਿਆ। ਤਿਸ ਕੈ ਸੰਗ ਤਰੈ ਸੰਸਾਰ, ਐਸੇ ਗੁਰੂ ਤੋਂ ਸਦਕੇ ਜਾਈਏ। ਕਹੋ ਨਾਨਕ ਪ੍ਰਭ ਲੋਚਾਂ ਪੂਰ, ਹੇ ਵਾਹਿਗੁਰੂ, ਵਾਹਿਗੁਰੂ ਜੀ ਲੋਚਾ ਕਹਿੰਦੇ ਆ ਇੱਛਾ ਨੂੰ, ਮੇਰੀ ਇੱਛਾ ਪੂਰੀ ਕਰੋ ਜੀ। ਸੰਤ ਜਨਾਂ ਕੀ ਬਾਛੋ
ਧੂਰ। ਅਖੀਰਲੀ ਪੰਕਤੀ ਵਿੱਚ ਕਹਿੰਦੇ ਗੁਰੂ ਅਰਜਨ ਦੇਵ ਜੀ, ਜਿਹੜੇ ਪਵਿੱਤਰ ਪੁਰਸ਼ ਨੇ, ਪਵਿੱਤਰ ਪੁਰਸ਼ ਨੇ, ਪਵਿੱਤਰ ਰੂਹਾਂ ਨੇ, ਪਵਿੱਤਰ ਸਰੀਰ ਨੇ, ਉਹਨਾਂ ਦੇ ਚਰਨਾਂ ਦੀ ਮੈਨੂੰ ਧੂੜੀ ਬਖਸ਼। ਇਹ ਉਹਨਾਂ ਮੰਗਿਆ ਮਹਾਰਾਜ ਨੇ। ਗੁਰੂ ਨਾਨਕ ਸਾਹਿਬ ਜੀ ਦੀ ਉਮਰ 20 ਸਾਲ ਦੀ ਹੋ ਗਈ ਹੈ। ਜਿਹੜਾ ਲੜੀਵਾਰ ਆਪਾਂ ਸਾਖੀਆਂ ਦੀ ਸਾਂਝ ਪਾ ਰਹੇ ਹਾਂ, 20 ਸਾਲ ਦੇ ਹੋ ਗਏ ਗੁਰੂ ਨਾਨਕ ਦੇਵ ਜੀ। 16-17 ਵਰ੍ਹਿਆਂ ਦਿਆਂ ਨੇ ਉਹ ਸੱਚਾ ਖਰਾ ਸੌਦਾ ਕੀਤਾ। ਉਸ ਤੋਂ ਬਾਅਦ ਜਿਹੜੀ ਉਮਰ ਆ ਹੌਲੀ ਹੌਲੀ 20 ਸਾਲ ਦੇ ਕਰੀਬ ਹੋ ਚੁੱਕੀ ਆ। ਭਾਈ ਵੀਰ ਸਿੰਘ ਜੀ ਕਹਿੰਦੇ ਹੁਣ ਉਹ ਉਦਾਸ ਵੀ ਰਹਿੰਦੇ ਆ। ਜਿਹੜੀ ਵਿਰਾਗ ਵਾਲੀ ਅਵਸਥਾ ਹੁੰਦੀ ਆ, ਤੇ ਜੰਗਲਾਂ ਵਿੱਚ ਚਲੇ ਜਾਂਦੇ ਆ, ਬਾਹਰ ਭਾਵ ਕਿ ਬਨਾਂ ਦੇ ਵਿੱਚ। ਇੱਥੇ ਮੱਝਾਂ ਗਾਵਾਂ ਨੇ, ਉਹਨਾਂ ਨਾਲ ਬੜਾ ਪਿਆਰ ਕਰਦੇ ਆ। ਤੇ ਦਿਲ ਦੇ ਵਿੱਚ ਹਮੇਸ਼ਾ ਇਹ ਰਹਿੰਦਾ ਵੀ ਕੋਈ ਮਿਲੇ ਮਦਦ ਵਾਲਾ ਤੇ ਉਹਦੀ ਮਦਦ ਕਰਦਾ, ਕੋਈ ਗਰੀਬ ਲੋੜਵੰਦ ਮਿਲੇ ਤੇ ਸਭ ਕੁਝ ਉਹਨੂੰ ਅਰਪਣ ਕਰਦੇ ਆ। ਇਹ ਦਿਲ ਵਿੱਚ ਰਹਿੰਦਾ। ਇੱਕ ਦਿਨ ਕੀ ਹੋ ਗਿਆ, ਰਾਏ ਭੋਏ ਦੀ ਤਲਵੰਡੀ, ਬਾਰ-ਬਾਰ ਸੁੱਕਾ ਤਲਾਬ ਸੀ, ਉੱਥੇ ਇੱਕ ਅਤੀਤ ਸਾਧੂ ਆ ਕੇ ਬੈਠਾ। ਅਤੀਤ ਪਤਾ ਕਿਹਨੂੰ ਕਹਿੰਦੇ ਨੇ? ਅਤੀਤ ਕਹਿੰਦੇ ਨੇ ਉਹ ਬੰਦਾ ਜਿਹੜਾ ਘਰ-ਬਾਰ ਤਾਂ ਛੱਡ ਦਵੇ ਪਰ ਮੰਗੇ ਨਾ ਕਿਸੇ ਤੋਂ ਕੁਝ ਕਦੇ। ਜਿਹੜਾ ਸਿਰਫ ਕਹੇ ਵੀ ਰੱਬ ਜਦੋਂ ਦੇਊਗਾ ਮੈਂ ਆਪੇ ਹੀ ਪ੍ਰਾਪਤ ਕਰ ਲਾਂਗਾ, ਪਰ ਮੰਗਾਂਗਾ ਨਹੀਂ ਮੈਂ ਕਿਸੇ ਤੋਂ। ਇੱਦਾਂ ਦਾ ਕੋਈ ਸਾਧੂ ਸੀ। ਉਹ ਸੁੱਕੇ ਤਲਾਬ ਤੇ ਆ ਕੇ ਬਹਿ ਗਿਆ। ਗੁਰੂ ਨਾਨਕ ਦੇਵ ਜੀ ਨੂੰ ਪਤਾ ਲੱਗਾ ਵੀ ਇਹਨੂੰ ਲੋੜ ਆ। ਉੱਥੇ ਜਾਂਦੇ ਨੇ। ਉਦੋਂ ਪਿਤਾ ਜੀ ਨੇ ਹਜੇ ਥੋੜ੍ਹੇ ਦਿਨ ਹੀ ਪਹਿਲਾਂ ਇੱਕ ਸੋਨੇ ਦੀ ਛਾਪ, ਮੁੰਦਰੀ ਜਿਹਨੂੰ ਕਹਿੰਦੇ ਆ, ਉਹ ਬਣਾ ਕੇ ਦਿੱਤੀ ਸੀ ਵੀ ਮੇਰਾ ਪੁੱਤਰ ਹੈ, ਚਲੋ ਇਹਦੇ ਸ਼ੌਂਕ ਪੂਰੇ ਕਰ ਦਿੰਦੇ ਆ। ਗੁਰੂ ਨਾਨਕ ਜੀ ਨੇ ਉਹ ਉਤਾਰੀ ਆ ਛਾਪ ਤੇ ਆਪਣੀ ਉਂਗਲ ਦੇ ਵਿੱਚੋਂ। ਤੇ ਉਸ ਤੋਂ ਬਾਅਦ ਇੱਕ ਗੜਵਾ ਸੀ ਪਿੱਤਲ ਦਾ, ਘਰੇ ਪਿਆ ਸੀ, ਉਹ ਵੀ ਲੈ ਆਏ ਚੁੱਕ ਕੇ ਤੇ ਉਹ ਸਾਧੂ ਨੂੰ ਦੇ ਦਿੱਤਾ। ਉਹ ਸਾਧੂ ਲੈਂਦਾ ਨਹੀਂ ਸੀਗਾ, ਕਹਿੰਦਾ ਨਹੀਂ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਇਹ ਸ਼ੈ ਜਿਹੜੀ ਮੈਂ ਦੇ ਰਿਹਾ ਇਹ ਮੋੜਨਾ ਚੰਗੀ ਗੱਲ ਨਹੀਂ ਹੋਵੇਗੀ। ਇਹ ਆਖਿਆ ਵੀ ਸਾਧੂ ਸੰਤਾਂ ਨੂੰ ਵੀ ਇਹ ਚੀਜ਼ ਤੁਸੀਂ ਮੋੜੋ ਨਾ, ਇਹ ਰੱਖ ਲਓ। ਆਹ ਸੋਨੇ ਦੀ ਜਿਹੜੀ ਛਾਪ ਆ ਇਹਨੂੰ ਵੇਚ ਕੇ ਕੁਝ ਦਿਨਾਂ ਦਾ ਭੋਜਨ ਤੁਹਾਡਾ ਆ ਜਾਏਗਾ। ਤੇ ਆ ਪਿੱਤਲ ਦਾ ਜਿਹੜਾ ਗੜਵਾ ਹੈ, ਕਈ ਵਾਰੀ ਖੂਹ ਤੇ ਜਾਂਦੇ ਹੋ ਤਾਂ ਇਹਦੇ ਨਾਲ ਰੱਸੀ ਬੰਨ੍ਹ ਕੇ ਪਾਣੀ ਖਿੱਚ ਲਿਆ ਕਰੋ। ਤੁਸੀਂ ਤੁਰਦੇ ਫਿਰਦੇ ਰਹਿੰਦੇ ਹੋ ਤਾਂ ਕੋਈ ਤਕਲੀਫ ਨਾ ਹੋਵੇ ਤੁਹਾਨੂੰ। ਇਹ ਵਾਲੀ ਦਇਆ ਕਿੱਥੋਂ ਆ ਗਈ ਫਿਰ ਇੰਨੀ ਜ਼ਿਆਦਾ? ਇਹੀ ਸਿੱਖਾਂ 'ਚ ਚਾਹੀਦੀ ਸੀਗੀ। ਪਹਿਲੇ ਪਿਆਰੇ ਦਾ ਨਾਂ ਭਾਈ ਦਇਆ ਸਿੰਘ ਆ। ਚਲੋ ਸਾਧੂ ਨੂੰ ਦੇ ਦਿੱਤਾ। ਘਰੇ ਆਏ, ਪਿਤਾ ਜੀ ਬਹੁਤ ਗੁੱਸੇ ਹੋ ਗਏ। ਇੱਕ ਤਾਂ 20 ਰੁਪਈਆਂ ਵਾਲੀ ਗੱਲ ਹੋ ਗਈ ਪਹਿਲਾਂ, ਉਸ ਤੋਂ ਬਾਅਦ ਸੋਨੇ ਦੀ ਜਿਹੜੀ ਛਾਪ ਆ, ਪਿੱਤਲ ਦਾ ਜਿਹੜਾ ਉਹ ਬਰਤਨ ਆ, ਉਦੋਂ ਇਹਨਾਂ ਦੀ ਬੜੀ ਕੀਮਤ ਸੀਗੀ ਉਹਨਾਂ ਸਮਿਆਂ 'ਚ। ਸਮੇਂ ਦੇ ਹਿਸਾਬ ਨਾਲ ਚੀਜ਼ਾਂ ਦੇ ਮੁੱਲ ਬਦਲ ਜਾਂਦੇ ਤੇ ਉਹ ਬਹੁਤ ਜ਼ਿਆਦਾ ਗੁੱਸੇ ਹੋ ਗਏ। ਕਲਿਆਣ ਚੰਦ ਪਿਤਾ ਜੀ, ਪਟਵਾਰੀ ਸਾਹਿਬ ਤਾਂ ਕਹਿਣ ਵੀ ਮੈਂ ਹੁਣ ਇਹਨੂੰ ਮਾਰ ਦੇਣਾ ਹੈ, ਜਿਵੇਂ ਇੱਕ ਪਿਤਾ ਗੁੱਸਾ ਕਰਦਾ। ਉਹ ਰਾਏ ਬਲਾਰ ਜੀ ਨੂੰ ਪਤਾ ਲੱਗ ਗਿਆ ਵੀ ਇਹ ਝਿੜਕਿਆ ਗੁਰੂ ਨਾਨਕ ਨੂੰ। ਉਹਨਾਂ ਕਚਹਿਰੀ 'ਚ ਬੁਲਾਇਆ, ਕਹਿੰਦੇ ਤੂੰ ਟਲਦਾ ਨਹੀਂ ਹੈ, ਤੈਨੂੰ ਮੈਂ ਆਖਿਆ ਵੀ ਜਿੰਨਾ ਘਾਟਾ ਪਵੇਗਾ ਉਹ ਮੈਂ ਦੇਵਾਂਗਾ ਤੇ ਤੂੰ ਗੁਰੂ ਨਾਨਕ ਨੂੰ ਝਿੜਕਦਾ ਹੈ। ਤੈਨੂੰ ਪਤਾ ਨਹੀਂ ਇਹ ਆਮ ਕੋਈ ਬੱਚਾ ਨਹੀਂ ਹੈਗਾ, ਇਹ ਤਾਂ ਕੋਈ ਪਵਿੱਤਰ ਪੁਰਸ਼ ਆ, ਪੈਗੰਬਰ ਆ। ਇਹ ਰੱਬ ਦਾ ਸਨੇਹਾ ਲੈ ਕੇ ਆਇਆ ਵੀ ਤੂੰ ਇਹਨੂੰ ਵਾਰ-ਵਾਰ ਝਿੜਕਦਾ, ਕਿੰਨਾ ਕੁ ਘਾਟਾ ਪੈ ਗਿਆ ਤੈਨੂੰ। ਸੋਨੇ ਦੀ ਛਾਪ ਸੀ, ਉਹ ਕਹਿੰਦੇ ਇੱਕ ਪਿੱਤਲ ਦਾ ਭਾਂਡਾ ਸੀ, ਦੱਸ ਮੈਂ ਤੈਨੂੰ ਦੇ ਦਿੰਦਾ ਉਹਨੇ ਪੈਸੇ। ਉਹ ਕਹਿੰਦੇ ਨਹੀਂ, ਗੱਲ ਇਵੇਂ ਨਹੀਂ, ਸਾਡੀ ਇੱਦਾਂ ਨਿਭਣੀ ਨਹੀਂ ਹੈਗੀ। ਫਿਰ ਇਹਨੇ ਕੁਝ ਨਾ ਕੁਝ ਕਰੀ ਰੱਖਣਾ, ਮੈਂ ਇਹਨੂੰ ਝੜਕਾਂਗਾ, ਤੁਸੀਂ ਮੈਨੂੰ ਕਹੋਗੇ। ਇਦੋਂ ਬਿਹਤਰ ਕੋਈ ਤੀਜੀ ਗੱਲ ਵਿੱਚੋਂ ਕੱਢੋ। ਇੱਥੋਂ ਨਿਕਲੀ ਗੱਲ। ਉਹ ਕਹਿੰਦੇ ਫਿਰ ਬਰਖੁਰਦਾਰ ਜੀ ਪਰ ਇਉਂ ਕਰਦੇ ਆ, ਇਹਨਾਂ ਨੂੰ ਸੁਲਤਾਨਪੁਰ ਨਾ ਭੇਜ ਦਈਏ, ਇਹਦੀ ਭੈਣ ਬੇਬੇ ਨਾਨਕੀ ਕੋਲੇ, ਤੇ ਇਹਨਾਂ ਦੇ ਭਾਈਆ ਜਿਹੜੇ ਨੇ ਜੈ ਰਾਮ ਜੀ, ਉੱਥੇ ਭੇਜ ਦਿੰਦੇ ਆ। ਤੀਜੀ ਗੱਲ ਤਾਂ ਵਿਚਲੀ ਇਹੀ ਹੋ ਸਕਦੀ ਹੈ, ਉੱਥੇ ਇਹਨਾਂ ਨੂੰ ਕੋਈ ਨੌਕਰੀ ਤੇ ਲਵਾ ਦੇਣਗੇ, ਉੱਥੇ ਕੋਈ ਕੰਮਕਾਰ ਕਰਨਗੇ, ਨਾਲੇ ਤੁਹਾਡੀਆਂ ਗਾਲਾਂ ਤੋਂ ਬਚ ਜਾਣਗੇ। ਇਹ ਰਾਏ ਬਲਾਰ ਜੀ ਦਾ ਫੈਸਲਾ ਸੀ ਕਿ ਤੁਸੀਂ ਤਾਂ ਇੱਥੇ ਇਹਨਾਂ ਨੂੰ ਝਿੜਕਦੇ ਰਹਿੰਦੇ ਹੋ, ਇਹਨਾਂ ਨੂੰ ਬੋਲਦੇ ਹੋ ਨਾ, ਤੇ ਉਹ ਗੱਲ ਠੀਕ ਨਹੀਂ ਮੈਨੂੰ ਲੱਗਦੀ।
ਤਾਂ ਇਹਨਾਂ ਨੂੰ ਇਹਨਾਂ ਦੀ ਭੈਣ ਕੋਲੇ ਭੇਜ ਦਿਓ, ਬੇਬੇ ਨਾਨਕੀ ਕੋਲੇ ਭੇਜ ਦਿਓ। ਉਹ ਸੁਲਤਾਨਪੁਰ ਵਿਆਹੇ ਨੇ, ਭਾਈਆ ਜੈ ਰਾਮ ਜੀ ਦੇ ਨਾਲ ਵਿਆਹੇ ਨੇ। ਨਾਲੇ ਉਹਨਾਂ ਦੀ ਅੱਗੇ ਉੱਥੋਂ ਦੇ ਨਵਾਬ, ਦੌਲਤ ਖਾਨਾ ਬੜੀ ਬਣਦੀ ਆ ਉੱਥੋਂ ਦਾ ਜਿਹੜਾ ਨਵਾਬ ਆ, ਉੱਥੇ ਕੋਈ ਨੌਕਰੀ 'ਤੇ ਲਾ ਦੇਣਗੇ ਇਹਨਾਂ ਨੂੰ, ਉੱਥੇ ਭੇਜ ਦਿਓ। ਤਾਂ ਕਹਿਣ ਦਾ ਭਾਵ ਫਿਰ ਗੁਰੂ ਨਾਨਕ ਸਾਹਿਬ ਜੀ 20 ਸਾਲਾਂ ਦੇ ਸੀ ਜਦੋਂ ਇਹ ਫੈਸਲਾ ਲਿਆ ਗਿਆ ਕਿ ਇਹਨਾਂ ਨੂੰ ਸੁਲਤਾਨਪੁਰ ਭੇਜਣਾ। ਉਹ ਕਿਉਂ ਲਿਆ ਗਿਆ? ਉਹਨਾਂ ਦੀ ਦਇਆ ਦੇਖ ਕੇ। ਜਿਹੜੇ ਪਹਿਲੇ ਪਿਆਰੇ ਦਾ ਨਾਮ ਭਾਈ ਦਇਆ ਸਿੰਘ ਜੀ ਆ, ਤਾਂ ਇਹ ਗੁਰੂ ਨਾਨਕ ਸਾਹਿਬ ਵਿੱਚ ਜਿਹੜੀ ਦਇਆ ਸੀਗੀ, ਤਰਸ ਸੀਗਾ, ਤਾਂ ਉਹਨੂੰ ਦੇਖ ਕੇ ਪਿਤਾ ਜੀ ਜਰ ਨਹੀਂ ਸਕੇ। ਦਇਆ ਕਰਕੇ ਉਹਨਾਂ ਨੇ ਆਪਦੀ ਸੋਨੇ ਦੀ ਜਿਹੜੀ ਮੁੰਦਰੀ ਆ ਉਹ ਅਤੀਤ ਸਾਧੂ ਨੂੰ ਦਿੱਤੀ ਨਾ। ਦਇਆ ਕਰਕੇ ਜਿਹੜਾ ਘਰੇ ਗੜਬਾ ਸੀਗਾ ਪਿੱਤਲ ਦਾ, ਉਹ ਲਿਆ ਕੇ ਉਹ ਸਾਧੂ ਨੂੰ ਦਿੱਤਾ ਨਾ। ਪਰ ਉਹ ਪਿਤਾ ਜੀ ਨੂੰ ਉਹ ਗੱਲ ਚੰਗੀ ਨਹੀਂ ਲੱਗੀ। ਉਹ ਕਹਿੰਦੇ ਇੱਦਾਂ ਘਰ ਸਾਡਾ, ਆਪਾਂ ਕਹਿੰਦੇ ਵੀ ਘਰ ਲੁਟਾ ਦੇਗਾ ਤੂੰ, ਬਸ ਵੀ ਇੱਦਾਂ ਤਾਂ ਸਾਨੂੰ ਉਜਾੜ ਦੇਵੇਂਗਾ। ਗੁਰੂ ਨਾਨਕ ਸਾਹਿਬ ਜੀ ਇਹ ਕਹਿੰਦੇ ਰਹੇ, ਪਿਤਾ ਜੀ ਬਿਨਾਂ ਉਜੜੇ ਕਾਹਦਾ ਵਸਣਾ, ਬਸ ਬਿਨਾਂ ਉਜੜੇ ਕਾਹਦਾ ਵਸਣਾ। ਬੰਦਾ ਆਪਦੇ ਮਨ ਨੂੰ ਖਤਮ ਕਰੇਗਾ ਫਿਰ ਕਿਤੇ ਜਾ ਕੇ ਗੱਲ ਬਣਦੀ ਆ। ਬੀਜ ਜਿਹੜਾ ਮਿਟੇਗਾ ਤੇ ਦਰਖਤ ਬਣੇਗਾ ਨਾ, ਬੀਜ ਖਤਮ ਹੋਊਗਾ ਦਰਖਤ ਬਣੇਗਾ। ਇੱਦਾਂ ਹੀ ਆਪਣਾ ਮਨ ਮਰੇਗਾ ਤੇ ਉਹ ਪਰਮਾਤਮਾ ਬਣੇਗਾ। ਬਿਨਾਂ ਉਜੜੇ ਕਾਹਦਾ ਵਸਣਾ। ਤਾਂ ਉਹ ਦਇਆ ਦੇ ਨਾਲ ਕਹਿੰਦੇ ਜੇ ਮੈਂ ਉਜੜ ਵੀ ਜਾਵਾਂ, ਮੇਰੇ ਅੰਦਰ ਦਇਆ ਵਾ। 20 ਰੁਪਈਏ ਗਏ ਖੁੱਸ ਗਏ, ਰਜਤਪਣ 20 ਗਏ ਖੁੱਸ ਗਏ ਹੱਥੋਂ, ਖਾਲੀ ਹੋ ਗਈ ਮੇਰੀ ਜੇਬ, ਪਰ ਮੈਂ ਤਾਂ ਵਸ ਗਿਆ ਨਾ। ਮੇਰੀਆਂ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ ਉਹ ਤਾਂ ਵਸ ਗਈਆਂ ਨਾ। 20 ਰੁਪਈਏ ਭਾਵੇਂ ਮੇਰੇ ਉਜੜ ਗਏ, ਤਾਂ ਬਿਨਾਂ ਉਜੜੇ ਕਾਹਦਾ ਵਸਣਾ। ਸਿੱਖੀ ਵਿੱਚ ਇਹ ਚੀਜ਼ ਆ ਵੀ ਮਨ ਮਰੈ ਧਾਤ ਮਰ ਜਾਏ, ਬਿਨ ਮਨ ਮੁਏ ਕੈਸੇ ਹਰ ਪਾਏ। ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨ ਹੋਈ। ਬਿਨ ਨਾਮੇ ਸ਼ੁੱਧ ਨ ਹੋਵਈ, ਜੇ ਅਨੇਕ ਕਰੈ ਸੀਗਾਰ। ਭਾਵੇਂ ਜਿੰਨੇ ਮਰਜ਼ੀ ਬ੍ਰੈਂਡਡ ਕੱਪੜੇ ਪਾ ਲਓ, ਅਨੇਕ ਸ਼ਿੰਗਾਰ ਕਰ ਲਓ, ਸ਼ਬਦ ਤੋਂ ਬਿਨਾਂ ਬੰਦਾ ਉਹ ਠੀਕ ਨਹੀਂ ਹੋ ਸਕਦਾ। ਬਿਨ ਨਾਵੇ ਸ਼ੁੱਧ ਨਾ ਹੋ ਗਈ, ਨਾਮ ਤੋਂ ਬਿਨਾਂ ਬੰਦਾ ਸ਼ੁੱਧ ਨਹੀਂ ਹੋ ਸਕਦਾ। ਤਾਂ ਆਪਾਂ ਜਿੱਥੋਂ ਗੱਲ ਸ਼ੁਰੂ ਕੀਤੀ ਉੱਥੇ ਹੀ ਸਮਾਪਤੀ ਕਰਦੇ ਹਾਂ। ਕਬੀਰ ਸਾਹਿਬ ਦਾ ਇੱਕ ਸ਼ਲੋਕ ਬਾਹਲਾ ਸੋਹਣਾ ਹੈ, ਬਹੁਤ ਜ਼ਿਆਦਾ ਪਿਆਰਾ ਹੈ। ਕਹਿੰਦੇ ਕਬੀਰ ਝੰਖ ਨਾ ਝਾਂਖੀਐ, ਤੁਮਰੋ ਕਹਿਓ ਨਾ ਹੋਏ। ਕਹਿੰਦੇ ਬੰਦਾ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਹੁਤ ਕੁਝ ਕਹਿੰਦਾ ਹੈ, ਝੱਖ ਮਾਰਦਾ, ਤੁਮਰੋ ਕਹਿਓ ਨਾ ਹੋਏ, ਪਰ ਬੰਦਿਆ ਤੇਰੇ ਕਿਉਂ ਕੁਝ ਨਹੀਂ ਹੋਣਾ। ਕਰਮ ਕਰੀਮ ਜੋ ਕਰ ਰਹੇ, ਉਹ ਜਿਹੜਾ ਮਾਲਕ ਆ, ਉਹ ਜੋ ਕਰੇਗਾ ਨਾ ਸੋ ਮੇਟ ਨਾ ਸਕੇ ਕੋਈ, ਉਹਨੂੰ ਤੂੰ ਮੇਟ ਨਹੀਂ ਸਕਦਾ। ਅਨਾਜ ਵਿੱਚ ਘਾਟਾ ਪੈ ਜਾਣਾ, ਕੁਝ ਵੀ ਹੋ ਜਾਣਾ, ਜੋ ਆਪਾਂ ਫਸਲ ਬੀਜਦੇ ਹਾਂ ਉਹ ਜੋ ਹੋਣਾ ਹੋਣਾ ਹੀ, ਜੋ ਨਹੀਂ ਹੋਣਾ ਨਹੀਂ ਹੋਣਾ। ਬੰਦੇ ਦੇ ਕਿਆ ਕੁਝ ਨਹੀਂ ਹੁੰਦਾ। ਕਰਮ ਕਰੀਮ ਜੋ ਕਰ ਰਹੇ, ਮੇਟ ਨਾ ਸਕੇ ਕੋਈ। ਜਿਹੜਾ ਰੱਬ ਨੇ ਕਰਨਾ ਉਹਨੂੰ ਕੋਈ ਵੀ ਨਹੀਂ ਮੇਟ ਸਕਦਾ। ਉਹ ਖੁਦਾ ਨੇ ਜੋ ਕਰਨਾ ਨਾ ਕਰਨਾ ਹੀ ਆ। ਜੋ ਹੱਸ ਰਹਾ ਹੈ ਉਹ ਹੱਸੇਗਾ, हंस के रहेगा, जो रो रहा है वो रो के रहेगा। सुकूने कल्ब से खुदा खुदा कर, जो किश के होना है सो हो रहेगा। अज दे दीवान जितना ही गुरु नानक जी की शान बड़ी उच्ची है जी। बोलदे एक नहीं बहुत भुल्लां हो गईयां हन। गुरु की संगत ते सतगुरु जी बख्शिंद पिता ने बख्श लैण। आओ रल मिल के वाहिगुरु जी का सिमरन करिए, उस करम करीम नूं याद करिए ਜਿਹਦੇ ਚਲਾਇਆ ਇਹ ਸਭ ਕੁਝ ਚੱਲ ਰਿਹਾ। ਤੂੰ ਕਰਤਾਰ ਕਰੈ ਸੋ ਹੋਏ, ਤੁਧ ਬਿਨ ਦੂਜਾ ਨਾਹੀ ਕੋਏ। ਉਹਦੇ ਬਿਨਾ ਕੋਈ ਵੀ ਨਹੀਂ, ਕੋਈ ਵੀ ਨਹੀਂ, ਨਥਿੰਗ ਆ, ਸਭ ਕੁਝ ਹੈ ਹੀ ਨਹੀਂ, ਬਸ ਉਹੀ ਆ। ਤਾਂ ਉਹਨੂੰ ਯਾਦ ਕਰੀਏ ਜਦੋਂ ਉਹੀ ਆ। ਭੁੱਲ ਚੁੱਕ ਦੀ ਖਿਮਾ ਜੀ। ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ
ਵਾਹਿਗੁਰੂ 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 ਵਾਹਿਗੁਰੂ। ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਪਹਿ ਅਰਦਾਸ।